ਪਾਕਿਸਤਾਨ 1992 ਦੇ ਵਿੱਚ ਵਰਲਡ ਚੈਂਪੀਅਨ ਬਣਿਆ ਸੀ। 1992 ਤੋਂ ਲੈ ਕੇ 2023 ਤੱਕ ਅੱਜ ਤੱਕ ਅਗਰ ਪਾਕਿਸਤਾਨੀ ਟੀਮ ਕਦੀ ਸੈਮੀਫਾਈਨਲ 'ਚ ਪਹੁੰਚੀ ਹੈ ਤੇ ਦੁਆਵਾਂ ਨਾਲ ਹੀ ਪਹੁੰਚੀ ਹੈ। ਤੇ 92 ਦੇ ਵਰਲਡ ਕੱਪ ਦੇ ਵਿੱਚ ਵੀ ਅਸੀਂ ਦੁਆਵਾਂ ਨਾਲ ਹੀ ਸੈਮੀਫਾਈਨਲ ਖੇਲਿਆ ਸੀ ਤੇ ਉਸ ਤੋਂ ਬਾਅਦ ਵਰਲਡ ਚੈਂਪੀਅਨ ਵੀ ਬਣੇ ਸੀ। ਕਹਿਣ ਦਾ ਮਕਸਦ ਇਹ ਹੈ ਕਿ ਸਾਡੀ ਟੀਮ ਨੇ ਅੱਜ ਤੱਕ ਕੁਛ ਨਹੀਂ ਕੀਤਾ, ਸਿਰਫ ਦੁਆਵਾਂ ਹੀ ਨੇ ਕਦੀ ਕਬੂਲ ਹੋ ਜਾਂਦੀਆਂ ਕਦੀ ਕਬੂਲ ਨਹੀਂ ਹੁੰਦੀਆਂ। ਤੇ ਹੁਣ ਵੀ ਸਾਰੀ ਕੌਮ, ਸਾਰੀ ਪਾਕਿਸਤਾਨੀ ਕੌਮ, ਸ਼੍ਰੀਲੰਕਨ ਕੌਮ ਇਹੀ ਦੁਆਵਾਂ ਕਰ ਰਿਹਾ ਸੀ ਕਿ ਅੱਲਾਹ ਤਾਲਾ ਨਿਊਜ਼ੀਲੈਂਡ ਜਿਹੜਾ ਹਾਰ ਜਾਵੇ। ਤੇ ਜਿਹੜੀਆਂ ਦੁਆਵਾਂ ਹੁੰਦੀਆਂ ਨਾ ਉਹ ਨੀਅਤ ਵੀ ਅੱਗੋਂ ਅੱਲਾਹ ਤਾਲਾ ਵੇਖਦਾ ਕਿ ਨੀਅਤ ਕੀ ਹੈ। ਤੇ ਸ਼੍ਰੀਲੰਕਾ ਦੀ ਨੀਅਤ ਇਹ ਸੀ ਕਿ ਕਿਤੇ ਬਾਰਿਸ਼ ਨਾ ਹੋ ਜਾਵੇ। ਇਸ ਲਈ ਜਿਹੜੀਆਂ ਦੋਵੇਂ ਇਨਿੰਗਜ਼ਾਂ ਨਾ ਉਹ ਸ਼ਾਰਟ ਟਾਈਮ ਦੇ ਵਿੱਚ ਖ਼ਤਮ ਕਰਨੀਆਂ। ਤੇ ਉਹਨਾਂ ਨੇ ਆਉਂਦਿਆਂ ਦੇਖੋ ਕਿੱਡੀ ਜਲਦੀ ਨਾਲ ਵਿਕਟਾਂ ਦਿੱਤੀਆਂ, ਐਡੀ ਜਲਦੀ ਨਾਲ ਵਿਕਟਾਂ ਦਿੱਤੀਆਂ ਕਿ ਉਹਨਾਂ ਨੇ ਕਿਹਾ ਕਿ 6 ਵਜੇ ਤੱਕ ਜਾਂ 7 ਵਜੇ ਤੱਕ ਦੋਵੇਂ ਇਨਿੰਗਜ਼ਾਂ ਮੁਕੰਮਲ ਹੋ ਜਾਣ ਤੇ ਮੈਚ ਜਿਹੜਾ ਕੰਪਲੀਟ ਹੋ ਜਾਵੇ। ਤੇ ਮੈਂ ਤਾਂ ਇਹੀ ਕਹਾਂਗਾ ਕਿ ਅੱਲਾਹ ਤਾਲਾ ਦਾ ਹੁਕਮ, ਪਾਕਿਸਤਾਨ ਦੁਆਵਾਂ ਤਾਂ ਬਹੁਤ ਕੀਤੀਆਂ ਲੇਕਿਨ ਪਾਕਿਸਤਾਨ ਜਿਹੜਾ ਦੁਆਵਾਂ ਨਾਲ ਨਹੀਂ ਪਹੁੰਚ ਸਕਿਆ ਤੇ ਆਪਣੀ ਹਿੰਮਤ ਨਾਲ ਇਹਨਾਂ ਨੇ ਪਹੁੰਚਣਾ ਕੋਨੇ। ਪਾਕਿਸਤਾਨ ਸਾਡੇ ਖਿਡਾਰੀਆਂ ਤੇ ਕਰੋੜਾਂ ਅਰਬਾਂ ਰੁਪਈਆ ਲਾਉਂਦਾ ਲੇਕਿਨ ਬਦਕਿਸਮਤੀ ਹੈ ਪਾਕਿਸਤਾਨ ਦੀ ਵੀ, ਸਾਡੀ ਵੀ ਤੇ ਇਸ ਕ੍ਰਿਕਟ ਬੋਰਡ ਦੀ ਵੀ ਤੇ ਖਿਡਾਰੀਆਂ ਦੀ ਵੀ ਕਿ ਇਹ ਆਪਣੀ ਕਾਰਕਰਦਗੀ ਨਾਲ ਕਦੀ ਵੀ ਨਹੀਂ ਅੱਜ ਤੱਕ ਪਹੁੰਚੇ। ਜੇ ਪਹੁੰਚੇ ਨੇ ਤਾਂ ਦੁਆਵਾਂ ਨਾਲ ਹੀ ਪਹੁੰਚੇ ਨੇ। ਦੋਵੇਂ ਹੱਥਾਂ ਨਾਲ ਲੋਕ ਮੁਲਕ ਨੂੰ ਲੁੱਟਦੇ ਪਏ ਨੇ ਤੇ ਕਾਰਕਰਦਗੀ ਨਾਲ ਕਦੀ ਅੱਜ ਤੱਕ ਨਹੀਂ ਪਹੁੰਚੇ। ਤੇ ਇਹ ਕ੍ਰਿਕਟ ਬੋਰਡ ਦਾ ਜਿਹੜਾ ਹੈ ਚੇਅਰਮੈਨ ਦਾ ਅਹੁਦਾ ਹੈ, ਉਹਦੇ ਸਮੇਤ ਚੀਫ ਸਿਲੈਕਟਰ ਦਾ ਅਹੁਦਾ ਹੈ, ਇਹ ਜਿੰਨੇ ਵੀ ਕ੍ਰਿਕਟ ਬੋਰਡ ਦੇ ਅਹੁਦੇ ਨੇ ਇਹ ਸਾਰਿਆਂ ਨੂੰ ਖ਼ਤਮ ਕਰਕੇ ਨਾ ਜੀ ਇੱਕ ਜੈਨਵਨ ਤਰੀਕੇ ਨਾਲ ਸਭ ਤੋਂ ਪਹਿਲਾਂ ਕ੍ਰਿਕਟ ਬੋਰਡ ਤਸ਼ਕੀਲ ਦਿੱਤਾ ਜਾਵੇ। ਉਸ ਤੋਂ ਬਾਅਦ ਕ੍ਰਿਕਟ ਦੇ ਵਿੱਚ ਤਬਦੀਲੀਆਂ ਆਉਣ ਜਿੰਦੇ 'ਚ ਸਾਡੀ ਟੀਮ 'ਚ ਸਭ ਤੋਂ ਪਹਿਲਾਂ ਸਿਫਾਰਸ਼ੀ ਖਿਡਾਰੀਆਂ ਦਾ ਖਾਤਮਾ ਹੋਵੇ, ਮੈਰਿਟ ਦੇ ਟੀਮ ਸਿਲੈਕਟ ਹੋਵੇ ਤਾਂ ਕਿ ਅਸੀਂ ਇੰਡੀਆ ਵਰਗੇ ਮੁਲਕ ਕੋਲੋਂ ਹਾਰ ਕੇ ਸ਼ਰਮਿੰਦਾ ਨਾ ਹੋਈਏ। ਅਗਰ ਅਸੀਂ ਇੰਡੀਆ ਕੋਲੋਂ ਜਾਂ ਕਿਸੇ ਦੂਸਰੇ ਕੰਟਰੀ ਕੋਲੋਂ ਹਾਰ ਰਹੇ ਹਾਂ ਤੇ ਉਹਦੇ ਜ਼ਿੰਮੇਦਾਰ ਜਿਹੜਾ ਨਾ ਜੀ ਉਹ ਸਿਫਾਰਸ਼ੀ ਖਿਡਾਰੀ ਨੇ, ਜਿਹੜੇ ਸਿਫਾਰਸ਼ੀ ਖਿਡਾਰੀ ਜ਼ਬਰਦਸਤੀ ਟੀਮ 'ਚ ਸ਼ਾਮਲ ਕਰ ਦਿੱਤੇ ਜਾਂਦੇ ਨੇ।